350 ਸਾਲ ਇਹ ਕੋਈ ਛੋਟਾ ਸਮਾਂ ਨਹੀਂ ਹੁੰਦਾ। ਇਹ ਕਹਾਣੀ ਹੈ ਵਪਾਰ ਦੇ ਬਹਾਨੇ ਆਉਣ ਵਾਲਿਆਂ ਦੀ, ਜਿਨ੍ਹਾਂ ਨੇ ਹੌਲੀ-ਹੌਲੀ ਪੂਰੇ ਦੇਸ਼ ਤੇ ਕਬਜ਼ਾ ਕਰ ਲਿਆ ਤੇ ਫਿਰ ਉਸ ਗੁਲਾਮੀ ਤੋਂ ਆਜ਼ਾਦੀ ਹਾਸਲ ਕਰਨ ਦੀ। ਚਲੋ ਅੱਜ ਭਾਰਤ ਦੀ ਆਜ਼ਾਦੀ ਦੀ ਇਸ ਲੰਬੀ ਤੇ ਗੁੰਝਲਦਾਰ ਕਹਾਣੀ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਦੇ ਹਾਂ। ਪੂਰੀ ਕਹਾਣੀ ਨੂੰ ਸਮਝਣ ਲਈ ਇਹ 4 ਤਰੀਕਾ ਬਹੁਤ ਅਹਿਮ ਨੇ। ਇਹ ਸਿਰਫ ਸਾਲ ਨਹੀਂ, ਸਗੋਂ ਇਸ ਸਫ਼ਰ ਦੇ ਵੱਡੇ-ਵੱਡੇ ਮੀਲ ਪੱਥਰ ਨੇ। 1608 ਵਿੱਚ ਕੁਝ ਵਪਾਰੀ ਆਉਂਦੇ ਨੇ। 1757 ਤੱਕ ਉਹ ਹਾਕਿਮ ਬਣ ਜਾਂਦੇ ਨੇ। ਫਿਰ 1857 ਵਿੱਚ ਉਹਨਾਂ ਖਿਲਾਫ ਇੱਕ ਜ਼ਬਰਦਸਤ ਬਗਾਵਤ ਹੁੰਦੀ ਹੈ ਤੇ ਆਖਿਰਕਾਰ 1947 ਵਿੱਚ ਸਾਨੂੰ ਆਜ਼ਾਦੀ ਮਿਲਦੀ ਹੈ। ਪਰ ਇਹ ਸਫ਼ਰ ਇੰਨਾ ਸਿੱਧਾ ਨਹੀਂ ਸੀ। ਆਖਿਰ ਇਹ ਸਭ ਹੋਇਆ ਕਿਵੇਂ? ਤਾਂ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਕੰਪਨੀ ਤੋਂ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਦੇਖੋ, ਸ਼ੁਰੂ ਵਿੱਚ ਤਾਂ ਉਹਨਾਂ ਦਾ ਮਕਸਦ ਸਿਰਫ ਵਪਾਰ ਕਰਨਾ ਸੀ, ਮਸਾਲੇ, ਕੱਪੜਾ ਵਗੈਰਾ ਵਗੈਰਾ। ਪਰ ਜਿਵੇਂ-ਜਿਵੇਂ ਉਹਨਾਂ ਨੇ ਇੱਥੋਂ ਦੀ ਦੌਲਤ ਤੇ ਤਾਕਤ ਦੇਖੀ, ਉਹਨਾਂ ਦੀ ਨੀਅਤ ਬਦਲ ਗਈ। ਤਾਂ ਫਿਰ ਇੱਕ ਵਪਾਰੀ ਕੰਪਨੀ ਨੇ ਪੂਰੇ ਦੇਸ਼ ਤੇ ਕਬਜ਼ਾ ਕੀਤਾ ਕਿਵੇਂ? ਬਹੁਤ ਚਲਾਕੀ ਨਾਲ। ਸਭ ਤੋਂ ਪਹਿਲਾਂ ਉਹਨਾਂ ਨੇ ਸੂਰਤ, ਬੰਬੇ, ਕਲਕੱਤਾ ਵਰਗੀਆਂ ਅਹਿਮ ਥਾਵਾਂ ਤੇ ਆਪਣੇ ਵਪਾਰਿਕ ਅੱਡੇ ਬਣਾਏ। ਫਿਰ ਉਹਨਾਂ ਨੇ ਦੇਖਿਆ ਕਿ ਦਿੱਲੀ 'ਚ ਮੁਗਲ ਸਲਤਨਤ ਕਮਜ਼ੋਰ ਪੈ ਰਹੀ ਹੈ ਤੇ ਛੋਟੇ-ਛੋਟੇ ਰਾਜੇ ਆਪਸ 'ਚ ਹੀ ਲੜ ਰਹੇ ਨੇ। ਬਸ ਉਹਨਾਂ ਨੇ ਇਸੇ ਚੀਜ਼ ਦਾ ਫਾਇਦਾ ਚੁੱਕਿਆ। ਪਲਾਸੀ ਤੇ ਬਕਸਰ ਦੀਆਂ ਲੜਾਈਆਂ ਜਿੱਤਣ ਤੋਂ ਬਾਅਦ ਤਾਂ ਉਹ ਪੂਰੇ ਬੰਗਾਲ ਦੇ ਮਾਲਿਕ ਬਣ ਗਏ ਤੇ ਇੱਥੋਂ ਹੀ ਉਹਨਾਂ ਦੇ ਰਾਜ ਦੀ ਅਸਲੀ ਸ਼ੁਰੂਆਤ ਹੋਈ। ਆਪਣਾ ਰਾਜ ਵਧਾਉਣ ਲਈ ਅੰਗਰੇਜ਼ਾਂ ਨੇ ਇੱਕ ਤੋਂ ਵੱਧ ਇੱਕ ਚਾਲਾਂ ਚੱਲੀਆਂ, ਪਰ ਲੈਪਸ ਦੀ ਨੀਤੀ ਉਹਨਾਂ ਦਾ ਸਭ ਤੋਂ ਖਤਰਨਾਕ ਹਥਿਆਰ ਸੀ। ਇਸ ਦਾ ਸਿੱਧਾ ਮਤਲਬ ਸੀ ਕਿ ਜੇ ਕਿਸੇ ਰਾਜੇ ਦਾ ਆਪਣਾ ਪੁੱਤਰ ਨਹੀਂ ਤਾਂ ਉਸ ਦਾ ਰਾਜ ਸਿੱਧਾ ਕੰਪਨੀ ਦਾ ਹੋ ਜਾਵੇਗਾ। ਗੋਦ ਲਏ ਪੁੱਤਰ ਨੂੰ ਵਾਰਿਸ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਇਸ ਨੀਤੀ ਨੇ ਝਾਂਸੀ, ਸਤਾਰਾ ਵਰਗੀਆਂ ਕਈ ਵੱਡੀਆਂ ਰਿਆਸਤਾਂ ਨੂੰ ਹੜਪ ਲਿਆ ਤੇ ਰਾਜਿਆਂ ਦੇ ਦਿਲਾਂ ਵਿੱਚ ਗੁੱਸੇ ਦੀ ਅੱਗ ਲਾ ਦਿੱਤੀ। ਤੇ ਫਿਰ ਆਇਆ ਸਾਲ 1857, ਜਦੋਂ ਸਾਲਾਂ ਤੋਂ ਦੱਬਿਆ ਹੋਇਆ ਗੁੱਸਾ ਇੱਕ ਜਵਾਲਾਮੁਖੀ ਵਾਂਗ ਫਟ ਪਿਆ। ਇਸ ਨੂੰ ਹੀ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ ਕਿਹਾ ਜਾਂਦਾ ਹੈ। ਇੱਕ ਅਜਿਹਾ ਵਿਦਰੋਹ ਜਿਸ ਨੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਇਹ ਲੜਾਈ ਕਿਸੇ ਇੱਕ ਦੀ ਨਹੀਂ ਸੀ। ਹਰ ਪਾਸਿਓਂ ਨਾਇਕ ਉੱਠ ਖੜੇ ਹੋਏ। ਮੇਰਠ ਵਿੱਚ ਮੰਗਲ ਪਾਂਡੇ ਨੇ ਪਹਿਲੀ ਚੰਗਿਆੜੀ ਲਾਈ। ਝਾਂਸੀ ਵਿੱਚ ਰਾਣੀ ਲక్ష్ਮੀ ਬਾਈ ਆਪਣੀ ਰਿਆਸਤ ਲਈ ਲੜੀ। ਦਿੱਲੀ ਵਿੱਚ ਬਜ਼ੁਰਗ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਸਭ ਨੇ ਆਪਣਾ ਆਗੂ ਮੰਨਿਆ। ਤਾਤਿਆ ਟੋਪੇ, ਕੁੰਵਰ ਸਿੰਘ, ਇਹ ਸਾਰੇ ਵੱਖ-ਵੱਖ ਥਾਵਾਂ ਤੋਂ ਇੱਕੋ ਦੁਸ਼ਮਣ ਖਿਲਾਫ ਇਕੱਠੇ ਹੋਏ। ਹਾਂ, ਇਹ ਸੱਚ ਹੈ ਕਿ ਅੰਗਰੇਜ਼ਾਂ ਨੇ ਇਸ ਬਗਾਵਤ ਨੂੰ ਬੜੀ ਬੇਰਹਿਮੀ ਨਾਲ ਦਬਾ ਦਿੱਤਾ, ਪਰ ਇਹ ਹਾਰ ਕੇ ਵੀ ਇੱਕ ਵੱਡੀ ਜਿੱਤ ਸੀ। ਕਿਉਂਕਿ ਪਹਿਲੀ ਵਾਰ ਭਾਰਤ ਦੇ ਲੋਕਾਂ ਨੂੰ ਇਹ ਅਹਿਸਾਸ ਹੋਇਆ ਕਿ ਉਹ ਹਿੰਦੂ, ਮੁਸਲਮਾਨ, ਸਿੱਖ ਹੋਣ ਤੋਂ ਪਹਿਲਾਂ ਹਿੰਦੁਸਤਾਨੀ ਨੇ ਤੇ ਉਹਨਾਂ ਸਭ ਦਾ ਦੁਸ਼ਮਣ ਇੱਕ ਹੈ। ਇਸੇ ਬਗਾਵਤ ਦਾ ਨਤੀਜਾ ਸੀ ਕਿ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਹੋਇਆ ਤੇ ਭਾਰਤ ਸਿੱਧਾ ਬ੍ਰਿਟਿਸ਼ ਤਾਜ ਦੇ ਅਧੀਨ ਆ ਗਿਆ। 1857 ਤੋਂ ਬਾਅਦ ਲੜਾਈ ਦਾ ਤਰੀਕਾ ਬਦਲ ਗਿਆ। ਹੁਣ ਲੋਕ ਸਮਝ ਗਏ ਸਨ ਕਿ ਇਕੱਲੇ-ਇਕੱਲੇ ਲੜਨ ਨਾਲ ਗੱਲ ਨਹੀਂ ਬਣਨੀ। ਅੰਗਰੇਜ਼ਾਂ ਨਾਲ ਲੜਨ ਲਈ ਰਾਜਨੀਤਿਕ ਤੌਰ ਤੇ ਇਕੱਠੇ ਹੋਣਾ ਪਵੇਗਾ। ਤਲਵਾਰਾਂ ਦੀ ਥਾਂ ਹੁਣ ਵਿਚਾਰਾਂ ਤੇ ਸੰਗਠਨਾਂ ਨੇ ਲੈ ਲਈ ਸੀ। ਇਸੇ ਸੋਚ ਨਾਲ ਭਾਰਤੀ ਰਾਸ਼ਟਰੀ ਕਾਂਗਰਸ ਬਣੀ, ਪਰ ਛੇਤੀ ਹੀ ਇਸ ਵਿੱਚ 2 ਵੱਖ-ਵੱਖ ਵਿਚਾਰਧਾਰਾਵਾਂ ਪੈਦਾ ਹੋ ਗਈਆਂ। ਇੱਕ ਪਾਸੇ ਸਨ ਨਰਮ ਦਲ ਵਾਲੇ, ਜਿਨ੍ਹਾਂ ਨੂੰ ਲੱਗਦਾ ਸੀ ਕਿ ਅਰਜ਼ੀਆਂ ਤੇ ਬੇਨਤੀਆਂ ਕਰਕੇ ਅੰਗਰੇਜ਼ਾਂ ਤੋਂ ਹੌਲੀ-ਹੌਲੀ ਸੁਧਾਰ ਕਰਵਾਏ ਜਾ ਸਕਦੇ ਨੇ। ਦੂਜੇ ਪਾਸੇ ਸਨ ਗਰਮ ਦਲ ਵਾਲੇ, ਜਿਨ੍ਹਾਂ ਦਾ ਕਹਿਣਾ ਸੀ ਕਿ ਭੀਖ ਮੰਗਣ ਨਾਲ ਹੱਕ ਨਹੀਂ ਮਿਲਦੇ, ਹੱਕ ਖੋਣੇ ਪੈਂਦੇ ਨੇ। ਉਹਨਾਂ ਨੂੰ ਥੋੜੇ ਬਹੁਤੇ ਸੁਧਾਰ ਨਹੀਂ, ਸਵਰਾਜ ਚਾਹੀਦਾ ਸੀ, ਯਾਨੀ ਕਿ ਪੂਰਾ ਰਾਜ। ਅਤੇ ਇਸੇ ਗਰਮ ਦਲ ਦੀ ਆਵਾਜ਼ ਨੂੰ ਬਾਲ ਗੰਗਾਧਰ ਤਿਲਕ ਨੇ ਇਸ ਨਾਅਰੇ ਵਿੱਚ ਬਦਲ ਦਿੱਤਾ, ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾ। ਇਹ ਸਿਰਫ ਇੱਕ ਲਾਈਨ ਨਹੀਂ ਸੀ, ਇਹ ਉਸ ਪੂਰੀ ਪੀੜ੍ਹੀ ਦੀ ਇੱਛਾ ਬਣ ਗਈ ਜਿਸ ਨੇ ਸਾਫ਼ ਕਰ ਦਿੱਤਾ ਕਿ ਹੁਣ ਗੱਲ ਸਿਰਫ ਆਜ਼ਾਦੀ ਦੀ ਹੋਵੇਗੀ। ਤੇ ਫਿਰ ਕਹਾਣੀ ਵਿੱਚ ਇੱਕ ਵੱਡਾ ਮੋੜ ਆਂਦਾ ਹੈ। ਭਾਰਤ ਦੀ ਰਾਜਨੀਤੀ ਵਿੱਚ ਇੱਕ ਅਜਿਹੇ ਸ਼ਖਸ ਦੀ ਐਂਟਰੀ ਹੁੰਦੀ ਹੈ ਜਿਸ ਨੇ ਆਜ਼ਾਦੀ ਦੀ ਲੜਾਈ ਦਾ ਪੂਰਾ ਤਰੀਕਾ ਹੀ ਬਦਲ ਦਿੱਤਾ। ਮੋਹਨਦਾਸ ਕਰਮਚੰਦ ਗਾਂਧੀ। ਉਹਨਾਂ ਨੇ ਸੱਤਿਆਗ੍ਰਹਿ ਤੇ ਅਹਿੰਸਾ ਦਾ ਅਜਿਹਾ ਹਥਿਆਰ ਦਿੱਤਾ ਜਿਸ ਅੱਗੇ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਵੀ ਬੇਵਸ ਹੋ ਗਈ। ਗਾਂਧੀ ਜੀ ਨੇ 3 ਵੱਡੇ ਅੰਦੋਲਨਾਂ ਨਾਲ ਪੂਰੇ ਦੇਸ਼ ਨੂੰ ਇੱਕ ਲੜੀ ਵਿੱਚ ਪਰੋ ਦਿੱਤਾ। ਪਹਿਲਾਂ 1920 ਵਿੱਚ ਨਾਮਿਲਵਰਤਨ ਅੰਦੋਲਨ, ਜਿਸ ਵਿੱਚ ਲੋਕਾਂ ਨੇ ਅੰਗਰੇਜ਼ੀ ਚੀਜ਼ਾਂ, ਸਕੂਲ ਤੇ ਨੌਕਰੀਆਂ ਦਾ ਬਾਇਕਾਟ ਕੀਤਾ। ਫਿਰ 1930 ਵਿੱਚ ਸਿਵਲ ਨਾਫਰਮਾਨੀ, ਜਿਸ ਦੀ ਸ਼ੁਰੂਆਤ ਮਸ਼ਹੂਰ ਦਾਂਡੀ ਮਾਰਚ ਨਾਲ ਹੋਈ।
ਤੇ ਆਖਿਰ ਵਿੱਚ 1942 ਦਾ ਭਾਰਤ ਛੱਡੋ ਅੰਦੋਲਨ, ਅੰਗਰੇਜ਼ਾਂ ਲਈ ਇੱਕ ਸਾਫ਼ ਤੇ ਆਖਰੀ ਸੁਨੇਹਾ ਕਿ ਹੁਣ ਬਹੁਤ ਹੋ ਗਿਆ ਹੈ, ਭਾਰਤ ਛੱਡੋ। ਆਜ਼ਾਦੀ ਦਾ ਸੂਰਜ ਚੜ੍ਹਨ ਵਾਲਾ ਸੀ, ਪਰ ਬਦਕਿਸਮਤੀ ਨਾਲ ਉਸ ਦੇ ਨਾਲ ਵੰਡ ਦੇ ਕਾਲੇ ਬੱਦਲ ਵੀ ਮੰਡਰਾ ਰਹੇ ਸਨ। ਜਿਵੇਂ-ਜਿਵੇਂ ਮੰਜ਼ਿਲ ਨੇੜੇ ਆ ਰਹੀ ਸੀ, ਇੱਕ ਵੱਖਰੇ ਦੇਸ਼ ਦੀ ਮੰਗ ਨੇ ਇਸ ਖੁਸ਼ੀ ਨੂੰ ਦਰਦਨਾਕ ਬਣਾ ਦਿੱਤਾ। ਤੇ ਆਖਿਰਕਾਰ ਉਹ ਦਿਨ ਆਇਆ, ਸਦੀਆਂ ਦੀ ਗੁਲਾਮੀ ਖਤਮ ਹੋਈ, ਪਰ ਇਹ ਇੱਕ ਅਧੂਰੀ ਖੁਸ਼ੀ ਸੀ। 14 ਅਗਸਤ 1947 ਨੂੰ ਪਾਕਿਸਤਾਨ ਬਣਿਆ ਤੇ ਠੀਕ ਅੱਧੀ ਰਾਤ ਨੂੰ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। ਇੱਕ ਦੇਸ਼ ਦੋ ਟੁਕੜਿਆਂ ਵਿੱਚ ਵੰਡਿਆ ਗਿਆ। ਜ਼ਰਾ ਸੋਚੋ, ਜਿਸ ਇਨਸਾਨ ਨੇ ਆਜ਼ਾਦੀ ਲਈ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ, ਉਹ ਮਹਾਤਮਾ ਗਾਂਧੀ ਵੰਡ ਵੇਲੇ ਹੋਈ ਹਿੰਸਾ ਤੋਂ ਇੰਨੇ ਜ਼ਿਆਦਾ ਦੁਖੀ ਸਨ ਕਿ ਜਦੋਂ ਪੂਰਾ ਦੇਸ਼ ਦਿੱਲੀ ਵਿੱਚ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ, ਉਹ ਬੰਗਾਲ ਦੇ ਦੰਗਾ ਪੀੜਤ ਇਲਾਕਿਆਂ ਵਿੱਚ ਸ਼ਾਂਤੀ ਲਈ ਵਰਤ ਤੇ ਬੈਠੇ ਸਨ। ਪਰ ਹਰ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ। ਆਜ਼ਾਦੀ ਮਿਲਣ ਤੋਂ ਬਾਅਦ ਇੱਕ ਨਵੇਂ ਭਾਰਤ ਨੂੰ ਬਣਾਉਣ ਦਾ ਮੁਸ਼ਕਿਲ ਕੰਮ ਸ਼ੁਰੂ ਹੋਇਆ। ਜਵਾਹਰ ਲਾਲ ਨਹਿਰੂ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਅਤੇ 26 ਜਨਵਰੀ 1950 ਨੂੰ ਭਾਰਤ ਨੇ ਆਪਣਾ ਸੰਵਿਧਾਨ ਲਾਗੂ ਕੀਤਾ ਤੇ ਇੱਕ ਸੰਪੂਰਨ ਗਣਰਾਜ ਬਣਿਆ। ਤਾਂ ਇਹ ਸੀ ਭਾਰਤ ਦੇ ਆਜ਼ਾਦ ਹੋਣ ਦੀ ਕਹਾਣੀ। ਵਪਾਰ, ਸੰਘਰਸ਼, ਕੁਰਬਾਨੀ ਅਤੇ ਆਖਿਰ ਵਿੱਚ ਆਜ਼ਾਦੀ। ਪਰ ਇਹ ਕਹਾਣੀ ਆਪਣੇ ਪਿੱਛੇ ਇੱਕ ਬਹੁਤ ਵੱਡਾ ਸਵਾਲ ਛੱਡ ਜਾਂਦੀ ਹੈ। ਜੇਕਰ 200 ਸਾਲਾਂ ਦੀ ਲੜਾਈ ਇੱਕ ਅਖੰਡ ਭਾਰਤ ਲਈ ਸੀ, ਤਾਂ ਫਿਰ ਆਜ਼ਾਦੀ ਦੀ ਕੀਮਤ ਵੰਡ ਦੇ ਰੂਪ ਵਿੱਚ ਕਿਉਂ ਦੇਣੀ ਪਈ?